मैं हाँ सुखविंदर सिंह सिद्धू। प्रोग्राम ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਹਿਮ ਮਸਲੇ ਤੇ ਜਿਹੜਾ ਮਸਲਾ ਆਮ ਲੋਕਾਂ ਦੇ ਨਾਲ ਵੀ ਜੁੜਿਆ ਹੋਇਆ ਹੈ, ਖਾਸ ਲੋਕਾਂ ਦੇ ਨਾਲ ਵੀ ਜੁੜਿਆ ਹੋਇਆ ਕਿਉਂਕਿ ਮਸਲਾ ਹੀ ਹੈ ਮਸਲਾ ਹੈ ਬਿਜਲੀ ਦਾ। ਬਿਜਲੀ ਦੀ ਹਰ ਇੱਕ ਵਿਅਕਤੀ ਨੂੰ ਲੋੜ ਹੈ, ਚਾਹੇ ਉਹ ਅਮੀਰ ਹੈ, ਚਾਹੇ ਉਹ ਗਰੀਬ ਹੈ, ਚਾਹੇ ਉਹ ਵੱਡਾ, ਚਾਹੇ ਉਹ ਛੋਟਾ, ਚਾਹੇ ਕਾਰੋਬਾਰੀ ਹੈ ਤੇ ਚਾਹੇ ਵਿਹਲਾ। ਹਰੇਕ ਬੰਦੇ ਨੂੰ ਬਿਜਲੀ ਦੀ ਜ਼ਰੂਰਤ ਜਿਹੜੀ ਹੈ ਉਹ ਹੈਗੀ ਹੋਈ ਹੈਗੀ ਹੈ। ਤੇ ਇਹਨੇ ਦਿਨੀ ਸਿਰਫ ਪੰਜਾਬ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਕੋਹਰਾਮ ਮੱਚ ਗਿਆ ਲੋਕਾਂ ਦੇ ਵਿੱਚ ਕਿ ਭਾਈ ਕੋਲਾ ਜਿਹੜਾ ਬਹੁਤ ਘੱਟ ਰਹਿ ਗਿਆ, ਜਿਹਦੇ ਕਰਕੇ ਬਿਜਲੀ ਦੇ ਲੰਬੇ ਲੰਬੇ ਕੱਟ ਪਿਛਲੇ ਦਿਨਾਂ ਤੋਂ ਲੱਗਦੇ ਆ ਰਹੇ। ਇੱਕ ਤਾਂ ਹਲੇ ਗਰਮੀ ਵੀ ਉਨੀ ਹੋਈ ਹੈ, ਕੋਈ ਮੌਸਮ ਬਹੁਤਾ ਜ਼ਿਆਦਾ ਬਦਲਿਆ ਨਹੀਂ, ਤਾਂ ਅਜਿਹੇ ਦੇ ਵਿੱਚ ਇਹ ਲੰਬੇ ਲੰਬੇ ਕੱਟ ਲੋਕਾਂ ਨੂੰ ਵਾਧੂ ਜਿਹੜੇ ਆ ਉਹ ਪਰੇਸ਼ਾਨ ਕਰ ਰਹੇ ਆ। ਤਾਂ ਪੰਜਾਬ ਦੇ ਵਿੱਚ ਤਾਂ ਇਹ ਮੈਸੇਜ ਵੀ ਸੋਸ਼ਲ ਮੀਡੀਆ ਤੇ ਅੱਗੇ ਦੀ ਅੱਗੇ ਵਾਇਰਲ ਹੋਣੇ ਸ਼ੁਰੂ ਹੋ ਚੁੱਕੇ ਨੇ ਕਿ ਭਾਈ ਜਿਹੜਾ ਮਹਿਕਮਾ ਕਹਿ ਰਿਹਾ ਹੈ ਕਿ ਬਿਜਲੀ ਦੀ ਵਰਤੋਂ ਜਿਹੜੀ ਹੈ ਉਹ ਬੜੇ ਸੰਜਮ ਤਰੀਕੇ ਦੇ ਨਾਲ ਕਰੋ, ਏਸੀ ਬੰਦ ਕਰ ਦਿਓ ਕਿਉਂਕਿ ਕੋਲਾ ਬੜਾ ਘੱਟ ਹੈ, ਜਿੰਨੀ ਘੱਟ ਵਰਤੋਂ ਕਰੋ ਬਿਜਲੀ ਦੀ ਉਨੀ ਜ਼ਿਆਦਾ। ਤਾਂ ਅਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਇੱਕ ਤਰੀਕੇ ਦੇ ਨਾਲ ਕਿ ਜੇਕਰ ਵਾਕਈ ਕੋਲਾ ਖਤਮ ਹੁੰਦਾ ਜਾ ਰਿਹਾ, ਜੇ ਐਡੇ ਲੰਬੇ ਲੰਬੇ ਕੱਟ ਲੱਗਦੇ ਰਹੇ ਤਾਂ ਫਿਰ ਉਹਨਾਂ ਦਾ ਕਾਰੋਬਾਰ ਕਿਸ ਤਰੀਕੇ ਦੇ ਨਾਲ ਚੱਲੇਗਾ, ਉਹ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿ ਸਕਣਗੇ, ਗਰਮੀ ਤੋਂ ਨਿਜਾਤ ਕਿਸ ਤਰੀਕੇ ਦੇ ਨਾਲ ਪਾ ਪਾਉਣਗੇ। ਤਾਂ ਅਜਿਹੀਆਂ ਗੱਲਾਂ ਜਿਹੜੀਆਂ ਬੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ। ਤਾਂ ਅਜਿਹੇ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਅਜਿਹੀ ਸਥਿਤੀ ਦੇ ਲਈ ਜ਼ਿੰਮੇਵਾਰ ਕੌਣ ਹੈ, ਅਜਿਹੀ ਸਥਿਤੀ ਦੇ ਲਈ ਜ਼ਿੰਮੇਵਾਰ ਕੌਣ ਹੈ, ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚੋਂ ਨਿਕਲਿਆ ਕਿਵੇਂ ਜਾ ਸਕਦਾ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਤੇ ਨਾਲ ਹੀ ਨਾਲ ਨਵਜੋਤ ਸਿੰਘ ਸਿੱਧੂ ਇਸ ਪੂਰੇ ਮਾਮਲੇ ਦੇ ਉੱਪਰ ਵੱਡਾ ਬਿਆਨ ਹੈ। ਮੈਂ ਚਾਹੁੰਦਾ ਕਿ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਦਾ ਬਿਆਨ ਦਿਖਾ ਦਿੱਤਾ ਜਾਵੇ, ਜਿਹੜਾ ਟਵੀਟ ਦੇ ਜ਼ਰੀਏ ਉਹਨਾਂ ਨੇ ਦਿਖਾਇਆ। ਮੈਂ ਆਪਣੀ ਟੀਮ ਨੂੰ ਕਹਾਂਗਾ ਆਹ ਉਹ ਬਿਆਨ ਆ ਜਿਹੜਾ ਪੰਜਾਬੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਪੰਜਾਬ ਨੂੰ ਪਛਤਾਵੇ ਅਤੇ ਮੁਰੰਮਤ ਦੀ ਨਹੀਂ ਸਗੋਂ ਨਿਗਰਾਨੀ ਅਤੇ ਹਾਲਾਤਾਂ ਮੁਤਾਬਕ ਤਿਆਰੀ ਕਰਨ ਦੀ ਲੋੜ ਹੈ। ਨਿੱਜੀ ਤਾਪ ਬਿਜਲੀ ਘਰਾਂ ਨੂੰ ਹਦਾਇਤਾਂ ਅਨੁਸਾਰ 30 ਦਿਨ ਦਾ ਅਕਾਊਂਟ ਕੋਲਾ ਜਮ੍ਹਾਂ ਨਾ ਰੱਖਣ ਅਤੇ ਘਰੇਲੂ ਖਪਤਕਾਰਾਂ ਨੂੰ ਨਜਾਇਜ਼ ਤੰਗ ਕਰਨ ਦੇ ਲਈ ਜੁਰਮਾਨਾ ਹੋਣਾ ਚਾਹੀਦਾ ਹੈ। ਇਹ ਵੇਲਾ ਸੋਲਰ ਬਿਜਲੀ ਖਰੀਦ ਸਮਝੌਤੇ ਕਰਨ ਅਤੇ ਛੱਤ ਉੱਪਰ ਸੂਰਜੀ ਊਰਜਾ ਪੈਨਲ ਲਗਾ ਕੇ ਇਹਨਾਂ ਨੂੰ ਗ੍ਰਿਡ ਨਾਲ ਜੋੜਨ ਦਾ। ਤਾਂ ਨਵਜੋਤ ਸਿੰਘ ਸਿੱਧੂ ਜਿੱਥੇ ਇਸ ਮਾਮਲੇ ਨੂੰ ਪੂਰਨ ਤਰੀਕੇ ਦੇ ਨਾਲ ਚੁੱਕ ਰਹੇ ਨੇ, ਜਿੱਥੇ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰ ਰਹੇ ਨੇ, ਤਾਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਹੱਲ ਦੱਸਦੇ ਵੀ ਨਜ਼ਰ ਆ ਰਹੇ ਨੇ। ਇਸ ਪੂਰੇ ਮਾਮਲੇ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਮੁੱਖ ਮਹਿਮਾਨ ਦੇ ਤੌਰ ਤੇ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਸਰ ਨਵਜੋਤ ਸਿੰਘ ਸਿੱਧੂ ਦੇ ਪਹਿਲਾਂ ਤਾਂ ਇਸ ਟਵੀਟ ਦੀ ਪਰਿਭਾਸ਼ਿਤ ਕਰ ਦਿਓ ਕਿਉਂਕਿ ਜਿਹੜੀ ਇਹ ਭਾਸ਼ਾ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕਈ ਤਰੀਕੇ ਦੇ ਨਾਲ ਸਮਝ ਨਹੀਂ ਲੱਗਦੀ। ਮੈਂ ਚਾਹੁੰਦਾ ਕਿ ਇੱਕ ਵਾਰੀ ਟਵੀਟ ਨੂੰ ਪਰਿਭਾਸ਼ਿਤ ਕਰ ਦਿਓ, ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜਿਹੜੀ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ। ਇੱਕ ਵਾਰੀ ਆਪਣੀ ਟੀਮ ਨੂੰ ਕਹਾਂਗੇ ਕਿ ਨਾਲ ਦੀ ਨਾਲ ਜਿਵੇਂ ਅਣਖੀ ਸਾਹਿਬ ਇਹਨੂੰ ਪਰਿਭਾਸ਼ਿਤ ਕਰਨਗੇ, ਨਾਲ ਦੀ ਨਾਲ ਸਕਰੀਨ ਦੇ ਉੱਪਰ ਦਿਖਾਇਆ ਜਾਵੇ। ਜੀ ਜੀ ਸੁਖਵਿੰਦਰ ਜੀ, ਜਿਸ ਤਰੀਕੇ ਦਾ ਇੱਕ ਟਵੀਟ ਆਇਆ, ਸਾਫ਼ ਔਰ ਸਪਸ਼ਟ ਸ਼ਬਦਾਂ ਦੇ ਵਿੱਚ ਇਸਨੇ ਨਵਜੋਤ ਸਿੱਧੂ ਨੇ ਜਿਹੜੇ ਬਿਜਲੀ ਸਮਝੌਤੇ ਹੋਏ ਨੇ ਪ੍ਰਾਈਵੇਟ ਨਿੱਜੀ ਕੰਪਨੀਆਂ ਦੇ ਨਾਲ, ਔਰ ਨਿੱਜੀ ਕੰਪਨੀਆਂ ਦੇ ਨਾਲ ਹੋਏ ਸਮਝੌਤਿਆਂ ਦੇ ਕਾਰਨ ਇਸ ਵੇਲੇ ਜਿਹੜਾ ਬਿਜਲੀ ਸੰਕਟ ਪੰਜਾਬ ਦੇ ਵਿੱਚ ਆ ਰਿਹਾ, ਸਿੱਧੇ ਤੌਰ ਤੇ ਨਵਜੋਤ ਸਿੱਧੂ ਨੇ ਆਪਣੀ ਇਸ ਟਵੀਟ ਦੇ ਵਿੱਚ ਉਹਨਾਂ ਪਾਰਟੀਆਂ ਨੂੰ ਨਿਸ਼ਾਨੇ ਤੇ ਲਿਆ, ਉਹਨਾਂ ਕੰਪਨੀਆਂ ਨੂੰ ਨਿਸ਼ਾਨੇ ਤੇ ਲਿਆ ਜਿਨ੍ਹਾਂ ਨਾਲ ਇਹ ਸਮਝੌਤੇ ਹੋਏ ਨੇ। ਔਰ ਕਿਉਂਕਿ ਇਹ ਸਮਝੌਤਿਆਂ ਦੇ ਅਨੁਸਾਰ ਜਿਹੜੇ ਨਿੱਜੀ ਤਾਪ ਘਰ ਨੇ, ਜਿਹੜੇ ਥਰਮਲ ਪਲਾਂਟ ਨੇ, ਉਹਨਾਂ ਨੂੰ 30 ਦਿਨ ਦਾ ਜਿਹੜਾ ਕੋਲਾ ਆ ਉਹ ਰੱਖਣਾ ਚਾਹੀਦਾ ਆ ਜਾਂ ਉਹਦੇ ਸ਼ਰਤਾਂ ਨੇ। ਪਰ ਜੇਕਰ 30 ਦਿਨ ਦਾ ਕੋਲਾ ਉਹਨਾਂ ਕੋਲ ਨਹੀਂ, ਉਹਨਾਂ ਨੇ ਰੱਖਿਆ, ਔਰ ਜਿਸ ਦਾ ਸੰਤਾਪ ਜਿਹੜੇ ਪੰਜਾਬ ਦੇ ਲੋਕ ਭੁਗਤ ਰਹੇ ਨੇ, ਘਰੇਲੂ ਖਪਤਕਾਰ ਜਿਹੜੇ ਭੁਗਤ ਰਹੇ ਨੇ, ਤਾਂ ਨਵਜੋਤ ਸਿੱਧੂ ਨੇ ਇਹ ਸਾਰੇ ਦੀ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਕੰਪਨੀਆਂ ਦੇ ਉੱਤੇ ਸੁੱਟੀ ਆ ਜਿਨ੍ਹਾਂ ਕੰਪਨੀਆਂ ਦੇ ਥਰਮਲ ਪਲਾਂਟ ਨੇ। ਤਾਂ ਨਵਜੋਤ ਸਿੱਧੂ ਇਹ ਗੱਲ ਕਹਿ ਰਿਹਾ ਕਿ ਉਹਨਾਂ ਨੂੰ ਇਸ ਦੇ ਵਾਸਤੇ ਜੁਰਮਾਨਾ ਜਾਂ ਅਜਿਹੀ ਕੋਈ ਹੋਣਾ ਚਾਹੀਦਾ, ਉਹਨਾਂ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ। ਔਰ ਨਾਲ ਹੀ ਨਾਲ ਜਿਹੜਾ ਸੋਲਰ ਬਿਜਲੀ ਸਿਸਟਮ ਆ ਉਹਨਾਂ ਨੂੰ ਛੱਤਾਂ ਤੇ ਲਗਾ ਕੇ ਗ੍ਰਿਡ ਨਾਲ ਜੋੜਨਾ ਚਾਹੀਦਾ। ਸਾਫ਼ ਔਰ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਇਸ ਵੇਲੇ ਪੰਜਾਬ ਨੂੰ ਜਿਹੜੀ ਪਛਤਾਵਾ ਜਾਂ ਕਿ ਸਮਝੌਤੇ ਇਸ ਤਰ੍ਹਾਂ ਹੋਏ ਨੇ ਜਾਂ ਨਹੀਂ ਹੋਏ, ਇਸ ਪਛਤਾਵੇ ਦੀ ਕਰਨ ਦੀ ਲੋੜ ਨਹੀਂ ਹੈ, ਬਲਕਿ ਉਸ ਤਿਆਰੀ ਕਰਨ ਦੀ ਲੋੜ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਸ ਜਿਹੜਾ ਬਿਜਲੀ ਸੰਕਟ ਆ ਇਹਦੇ ਤੋਂ ਬਚਾਇਆ ਜਾਵੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਹਦੇ ਵਿੱਚ ਜਿਹੜੀ ਹੈ, ਕਿਉਂਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਜਿਨ੍ਹਾਂ ਕੋਲ ਬਿਜਲੀ ਸਮਝੌਤੇ ਹੋਏ ਨੇ, ਉਹਨਾਂ ਨੂੰ 30 ਦਿਨ ਦਾ ਜਿਹੜਾ ਕੋਲਾ ਉਹ ਆਪਣੇ ਕੋਲ ਰੱਖਣਾ ਚਾਹੀਦਾ ਹੈ ਜਾਂ ਸ਼ਰਤਾਂ ਦੇ ਅਨੁਸਾਰ ਅਗਾਊ ਉਹਨਾਂ ਕੋਲ ਹੋਣਾ ਚਾਹੀਦਾ, ਖਰਚ ਜਿਹੜੀ ਹੈ ਸਾਫ਼ ਜਿਹੜਾ ਹੋਣਾ ਚਾਹੀਦਾ। ਤੇ ਜਿਸ ਤਰੀਕੇ ਨਾਲ ਹੁਣ ਅਫਵਾਹਾਂ ਫੈਲ ਰਹੀਆਂ ਨੇ ਕਿ ਇਹਨਾਂ ਕੰਪਨੀਆਂ ਕੋਲ ਜਾਂ ਇਹ ਜਿਹੜੀਆਂ ਥਰਮਲ ਪਲਾਂਟ ਨੇ ਕੇਵਲ 2 ਦਿਨ ਦਾ ਜਿਹੜਾ ਕੋਲਾ ਰਹਿ ਗਿਆ, ਤਾਂ ਉਸ ਦਾ ਸਿੱਧਾ ਅਸਰ ਪੰਜਾਬ ਦੇ ਘਰੇਲੂ ਖਪਤਕਾਰਾਂ ਤੇ ਪੈ ਰਿਹਾ।
ਅਣਖੀ ਸਾਹਿਬ ਦੀ ਆਵਾਜ਼ ਜਿਹੜੀ ਹੈ ਉਹ ਸਾਡੇ ਦਰਸ਼ਕਾਂ ਤੱਕ ਪਹੁੰਚ ਗਈ। ਤਾਂ ਇੱਕ ਵਾਰੀ ਫਿਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਇਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਕਰ ਰਹੇ ਹਾਂ ਉਹ ਨਵਜੋਤ ਸਿੰਘ ਸਿੱਧੂ ਬਿਜਲੀ ਸੰਕਟ ਤੇ ਬੋਲੇ। ਨਵਜੋਤ ਸਿੰਘ ਸਿੱਧੂ ਨੇ ਇੱਕ ਬੜੀ ਵਧੀਆ ਗੱਲ ਕਹੀ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਨਿੱਜੀ ਤਾਪ ਘਰਾਂ ਨੂੰ ਹਦਾਇਤ ਅਨੁਸਾਰ 30 ਦਿਨਾਂ ਦਾ ਅਗਾਊਂ ਕੋਲਾ ਜਮ੍ਹਾਂ ਨਾ ਰੱਖਣ ਤੇ ਘਰੇਲੂ ਖਪਤਕਾਰਾਂ ਨੂੰ ਨਜਾਇਜ਼ ਤੰਗ ਕਰਨ ਦੇ ਲਈ ਜੁਰਮਾਨਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਬੜੀ ਵਧੀਆ ਗੱਲ ਹੈ। ਕਿਉਂਕਿ ਜਿਹੜੇ ਸਮਝੌਤੇ ਹੋਏ ਆਪਣੇ ਜਿਹਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਉਹਦੇ ਤਹਿਤ ਜਿਹੜਾ ਚਾਹੇ ਅਸੀਂ ਬਿਜਲੀ ਲਈਏ ਤੇ ਚਾਹੇ ਨਾ ਲਈਏ, ਉਹ ਸਾਨੂੰ ਪੈਸੇ ਜਿਹੜੇ ਆ ਉਹ ਉਹਨੇ ਦੇ ਉਹਨੇ ਇਹਨਾਂ ਕੰਪਨੀਆਂ ਨੂੰ ਪੇ ਕਰਨੇ ਪੈਣਗੇ। ਤੇ ਜੇਕਰ ਪੇ ਕਰਨਾ ਹੀ ਆ ਤੇ ਫਿਰ ਕਿਉਂ ਨਾ ਬਿਜਲੀ ਲਈ ਜਾਵੇ। ਤੇ ਜੇ ਫਿਰ ਬਿਜਲੀ ਸਾਨੂੰ ਸਾਡੇ ਸਮਝੌਤਿਆਂ ਦੇ ਮੁਤਾਬਕ ਤੇ ਇਹ ਸਾਨੂੰ ਬਿਜਲੀ ਨਹੀਂ ਦੇ ਰਹੇ ਤਾਂ ਫਿਰ ਇਹਨਾਂ ਨੂੰ ਜੁਰਮਾਨਾ ਹੋ ਜਾਣਾ ਚਾਹੀਦਾ। ਤਾਂ ਬਹੁਤ ਵਧੀਆ ਗੱਲ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ। ਇਹ ਕੰਪਨੀਆਂ ਸਾਨੂੰ ਬਿਜਲੀ ਦੇਣ ਜਾਂ ਨਾ ਦੇਣ, ਸਾਡੀ ਉਨੀ ਬਿਜਲੀ ਦੀ ਲੋੜ ਹੋਵੇ ਨਾ ਹੋਵੇ, ਪਰ ਤੈਅ ਸਮਝੌਤੇ ਦੇ ਅਨੁਸਾਰ ਜਿਹੜੇ ਆ ਇਹ ਸਾਡੇ ਤੋਂ ਪੈਸੇ ਉਨੇ ਹੀ ਵਸੂਲ ਰਹੇ ਆ। ਤੇ ਜੇਕਰ ਪੈਸੇ ਵਸੂਲ ਰਹੇ ਆ ਤਾਂ ਫਿਰ ਬਿਜਲੀ ਲੈਣੀ ਚਾਹੀਦੀ ਹੈ। ਤੇ ਜੇ ਬਿਜਲੀ ਨਹੀਂ ਸਾਨੂੰ ਇਹ ਦੇ ਸਕਦੇ ਸਮਝੌਤੇ ਮੁਤਾਬਕ ਤਾਂ ਫਿਰ ਇਹਨਾਂ ਦੇ ਉੱਪਰ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ, ਇਹਨਾਂ ਨੂੰ ਜੁਰਮਾਨਾ ਲੱਗਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਇਸ ਗੱਲ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਚੁੱਕ ਰਹੇ ਨੇ। ਤਾਂ ਅਣਖੀ ਸਾਹਿਬ ਸਾਡੇ ਨਾਲ ਦੁਬਾਰਾ ਜੁੜ ਗਿਆ ਜੀ। ਅਣਖੀ ਸਾਹਿਬ ਜੀ ਬਿਲਕੁਲ। ਦੇਖੋ ਆਪਣੇ ਸਿੱਧੂ ਸਾਹਿਬ ਬੀਤੇ ਲੰਮੇ ਸਮੇਂ ਤੋਂ ਜਿਹੜੇ ਬਿਜਲੀ ਸਮਝੌਤੇ ਹੋਏ ਨੇ ਇਹ ਹਮੇਸ਼ਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਨੇ। ਚਾਹੇ ਕੋਈ ਵੀ ਪਾਰਟੀ ਹੈਗੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਸੀ ਜਾਂ ਆਮ ਆਦਮੀ ਪਾਰਟੀ, ਚਾਹੇ ਕਾਂਗਰਸ, ਇਸ ਮੁੱਦੇ ਨੂੰ ਲੈ ਕੇ ਹਰ ਪਾਰਟੀ ਨੇ ਆਪਣੀ ਰਾਜਨੀਤੀ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਰਦੇ ਵੀ ਰਹੇ ਆ। ਪਰ ਪਿਛਲੇ ਦੌਰ ਦੇ ਵਿੱਚ ਜਾਂ ਪਿਛਲੇ 4-5 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਇਸ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਸੰਬੰਧੀ ਦਬਾਅ ਪਾਇਆ ਜਾਂ ਇਹਨਾਂ ਦੇ ਸੰਬੰਧੀ ਇਹਨਾਂ ਦਾ ਰਿਵਿਊ ਕਰਨ ਦੇ ਸੰਬੰਧੀ ਗੱਲਬਾਤ ਜਿਹੜੀ ਆਖੀ ਗਈ, ਤਾਂ ਉਸ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਜਿਹੜਾ ਰੁਖ ਸੀ ਉਹਨਾਂ ਨੇ ਇੰਨੀ ਗੱਲ ਕਹੀ ਕਿ ਇਹ ਸਮਝੌਤੇ ਕੇਵਲ 3 ਸਮਝੌਤੇ ਨਹੀਂ 122 ਸਮਝੌਤੇ ਨੇ ਜਿਹੜੀਆਂ ਕੰਪਨੀਆਂ ਤੋਂ ਇਹਨਾਂ ਨੂੰ ਰੱਦ ਕਰਨਾ ਇੰਨਾ ਸੌਖਾ ਨਹੀਂ ਕਿ ਪਤਾ ਨਹੀਂ ਕਿਹੜੀ ਕਲੌਜ਼ ਜਿਹੜੀ ਆ ਉਹਨਾਂ ਕੰਪਨੀਆਂ ਦੇ ਜਿਹੜੇ ਵਕੀਲ ਨੇ ਜਾਂ ਉਹਨਾਂ ਨੇ ਇਹੋ ਜਿਹਾ ਫਿੱਟ ਜਦੋਂ ਸਮਝੌਤੇ ਹੋਏ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਨੇ ਕੀਤੇ ਤਾਂ ਪਤਾ ਨਹੀਂ ਕਿਹੜੀ ਕਲੌਜ਼ ਜਿਹੜੀਆਂ ਉਹਨਾਂ ਵੱਲੋਂ ਮਿੱਥੀਆਂ ਗਈਆਂ ਜਾਂ ਸਰਕਾਰ ਵੱਲੋਂ ਮਿੱਥੀਆਂ ਗਈਆਂ ਕਿ ਜੇਕਰ ਸਰਕਾਰ ਇਸ ਦੀ ਵਰਤੋਂ ਨਹੀਂ ਵੀ ਕਰਦੀ ਜਦੋਂ ਪੀਕ ਸੈਸ਼ਨ ਹੁੰਦਾ ਬਿਜਲੀ ਦਾ, ਤਾਂ ਜੇ ਵਰਤੋਂ ਨਹੀਂ ਵੀ ਹੁੰਦੀ ਜਾਂ ਕਰਦੇ ਵੀ ਆ ਤਾਂ ਫਿਰ ਵੀ ਉਹਨਾਂ ਨੂੰ ਉਨੇ ਹੀ ਪੈਸੇ ਦੇਣੇ ਪੈਣਗੇ। ਉਹ ਸ਼ਰਤਾਂ ਜਿਹੜੀਆਂ ਹੈਗੀਆਂ ਨੇ। ਤਾਂ ਜੇਕਰ ਸਰਕਾਰ ਉਹਨਾਂ ਸਮਝੌਤਿਆਂ ਦੇ ਅਨੁਸਾਰ ਬਿਨਾਂ ਕਿਸੇ ਬਿਜਲੀ ਦੀ ਵਰਤੋਂ ਕੀਤਿਆਂ ਇਹਨਾਂ ਕੰਪਨੀਆਂ ਨੂੰ ਪੇਮੈਂਟ ਕਰਦੀ ਰਹੀ ਆ ਤਾਂ ਸਮੁੱਚੇ ਤੌਰ ਤੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਜੇ ਤਾਂ ਇਹ ਹੁਣ ਕੰਪਨੀਆਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੋਂ ਮਰਜ਼ੀ ਉਹ ਸਥਿਤੀਆਂ ਉਹਨਾਂ ਨੂੰ ਫੇਸ ਕਰਨਾ ਪਵੇ, ਪੰਜਾਬ ਦੇ ਲੋਕਾਂ ਨੂੰ ਇਹਨਾਂ ਬਿਜਲੀ ਸੰਕਟ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ, ਇਹ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਹਾਂ, ਤੇ ਜੇਕਰ ਇਹ ਕੰਪਨੀਆਂ ਇਸ ਚੀਜ਼ ਨੂੰ ਇਗਨੋਰ ਕਰਦੀਆਂ, ਇਸ ਨੂੰ ਨਜ਼ਰ ਅੰਦਾਜ਼ ਕਰਦੀਆਂ ਨੇ ਤਾਂ ਫਿਰ ਸਰਕਾਰ ਕੋਲ ਜਿਸ ਤਰ੍ਹਾਂ ਨਵਜੋਤ ਸਿੱਧੂ ਕਹਿ ਰਿਹਾ ਫਿਰ ਸਰਕਾਰ ਕੋਲ ਬੜਾ ਵੱਡਾ ਇੱਕ ਹਥਿਆਰ ਜਿਹੜਾ ਉਹ ਆ ਜਾਂਦਾ ਕਿ ਜਿਸ ਤਰੀਕੇ ਨਾਲ ਇਹਨਾਂ ਕੰਪਨੀਆਂ ਨਾਲ ਜਿਹੜੇ ਉਹ ਸਮਝੌਤੇ ਜਿਹੜੇ ਕੀਤੇ ਨੇ ਜਿਨ੍ਹਾਂ ਦੇ ਸੰਬੰਧੀ ਹਮੇਸ਼ਾ ਰਾਜਨੀਤੀ ਹੁੰਦੀ ਰਹੀ ਆ ਔਰ ਰਾਜਨੀਤੀ ਔਰ ਇਹ ਕਿਹਾ ਜਾਂਦਾ ਰਿਹਾ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ, ਇਹ ਸਥਿਤੀਆਂ ਫਿਰ ਇਸ ਵਕਤ ਬਣ ਸਕਦੀਆਂ ਨੇ। ਸਰਕਾਰ ਕੋਲ ਅਜਿਹਾ ਹਥਿਆਰ ਹੈ ਕਿ ਜੇਕਰ ਉਹ ਕੰਪਨੀਆਂ ਆਪਣੇ ਦਿੱਤੇ ਸ਼ਰਤਾਂ ਦੇ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇਣ ਵਿੱਚ ਅਸਫਲ ਰਹਿ ਜਾਂਦੀਆਂ ਨੇ ਤਾਂ ਫਿਰ ਸਰਕਾਰ ਇਹ ਸਮਝੌਤਿਆਂ ਨੂੰ ਰੱਦ ਵੀ ਕਰ ਸਕਦੀ ਹੈ, ਕਿਉਂਕਿ ਉਹਨਾਂ ਕੋਲ ਇੱਕ ਪਲੀ ਇੱਕ ਬੜੀ ਤਗੜੀ ਜਿਹੜੀ ਆ ਉਹ ਤਿਆਰ ਹੋ ਕੇ ਜਿਹੜੀ ਉਹ ਮਿਲ ਜਾਂਦੀ ਹੈ। ਇੱਕ ਗੱਲ ਹੋਰ ਹੈ, ਮੈਂ ਥੋੜੀ ਦੇਰ ਪਹਿਲਾਂ ਟੀਵੀ ਚੈਨਲ ਦੇ ਉੱਪਰ ਕੇਂਦਰੀ ਊਰਜਾ ਮੰਤਰੀ ਦਾ ਜਿਹੜਾ ਬਿਆਨ ਸੁਣ ਰਿਹਾ ਸੀ। ਉਹ ਕਹਿੰਦੇ ਕਿ ਕੋਲੇ ਦੀ ਕੋਈ ਦਿੱਕਤ ਹੈ ਹੀ ਨਹੀਂ, ਸਾਡੇ ਕੋਲੇ ਜਿਹੜਾ ਪੂਰਾ ਸਟਾਕ ਦੇ ਵਿੱਚ ਕੋਲਾ ਪਿਆ ਵੀ ਹੈ, ਸਾਡੇ ਕੋਲੇ ਆ ਵੀ ਰਿਹਾ। ਉਹ ਕਹਿੰਦੇ ਕਿ ਕੱਲ ਸਾਡਾ ਜਿੰਨਾ ਕੋਲਾ ਖਪਤ ਹੋਇਆ ਪੂਰੇ ਭਾਰਤ ਦੇ ਵਿੱਚ, ਜਿੰਨਾ ਕੋਲਾ ਪੂਰੇ ਭਾਰਤ ਦੇ ਵਿੱਚ ਕਹਿੰਦੇ ਖਪਤ ਹੋਇਆ ਉਨਾ ਹੀ ਸਟਾਕ ਅੱਜ ਕਹਿੰਦੇ ਸਾਡੇ ਕੋਲੇ ਪਹੁੰਚ ਗਿਆ। ਤਾਂ ਕੋਲੇ ਦੀ ਕਮੀ ਕਹਿੰਦੇ ਬੇਵਜ੍ਹਾ ਦੱਸੀ ਜਾ ਰਹੀ ਹੈ, ਕੋਈ ਇਹੋ ਜਿਹੀ ਕਮੀ ਹੈ ਹੀ ਨਹੀਂ ਕੋਲੇ ਦੀ। ਤਾਂ ਫਿਰ ਅਜਿਹੇ ਦੇ ਵਿੱਚ ਜੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕੋਲੇ ਦੀ ਕਮੀ ਹੈ ਨਹੀਂ ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਿਉਂ ਨਹੀਂ ਪੂਰੀ ਦਿੱਤੀ ਜਾ ਰਹੀ? ਤਾਂ ਫਿਰ ਨਵਜੋਤ ਸਿੰਘ ਸਿੱਧੂ ਜੋ ਗੱਲ ਕਹਿ ਰਹੇ ਨੇ ਤਾਂ ਫਿਰ ਉਹਦੇ ਆਧਾਰ ਦੇ ਉੱਪਰ ਵਾਕਈ ਹੀ ਇਹਨਾਂ ਕੰਪਨੀਆਂ ਨੂੰ ਜੁਰਮਾਨਾ ਕੀਤਾ ਜਾਣਾ ਚਾਹੀਦਾ। ਦੇਖੋ ਸਿੱਧੂ ਸਾਹਿਬ, ਜਿਹੜੀ ਤੁਸੀਂ ਕੇਂਦਰ ਦੇ ਜਿਹੜੇ ਮੰਤਰੀ ਦੀ ਤੁਸੀਂ ਗੱਲ ਕਰ ਰਹੇ ਜੇ, ਮੈਨੂੰ ਥੋੜਾ ਜਿਹਾ ਸੀਨ ਜਿਹੜਾ ਕਰੋਨਾ ਕਾਲ ਦਾ ਜਿਹੜਾ ਯਾਦ ਆ ਗਿਆ। ਕਰੋਨਾ ਕਾਲ ਦੇ ਵਿੱਚ ਵੀ ਜਿਹੜੀ ਸੈਂਟਰ ਦੀ ਸਰਕਾਰ ਸੀ ਉਹ ਦਾਅਵੇ ਕੁਝ ਹੋਰ ਕਰਦੀ ਸੀ। ਜਦੋਂ ਆਕਸੀਜਨ ਦੇ ਸਿਲੰਡਰ ਦੀ ਗੱਲ ਹੋਈ ਕਿ ਆਕਸੀਜਨ ਦੇ ਸਟਾਕ ਦੀ ਗੱਲ ਹੋਈ, ਉਹਨਾਂ ਨੇ ਕਿਹਾ ਕਿ ਸਾਡੇ ਕੋਲ ਆਕਸੀਜਨ ਕੋਈ ਗੱਲ ਹੀ ਨਹੀਂ ਹੈਗੀ। ਤਾਂ ਦਿੱਲੀ ਸਰਕਾਰ ਨੇ ਉਸ ਵੇਲੇ ਹਾਈ ਕੋਰਟ ਦੇ ਵਿੱਚ ਬਕਾਇਦਾ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਕਿ ਸਾਨੂੰ ਕੇਂਦਰ ਸਰਕਾਰ ਵੱਲੋਂ ਜਿਹੜੀ ਆ ਕੋਈ ਵੀ ਆਕਸੀਜਨ ਜਿਹੜੀ ਆ ਉਸ ਮਾਤਰਾ 'ਚ ਨਹੀਂ ਮਿਲਦੀ ਪਈ ਜਿਸ ਮਾਤਰਾ 'ਚ ਮਿਲਣੀ ਚਾਹੀਦੀ ਹੈ। ਕਹਿਣ ਦਾ ਅਰਥ ਹੈ ਕਿ ਤੁਸੀਂ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਆ ਜਾਂ ਉਹਨਾਂ ਦੇ ਇਹ ਜੋ ਮੈਂ ਉਹਨਾਂ ਤੇ ਨਹੀਂ ਸਵਾਲ ਚੁੱਕ ਰਿਹਾ। ਮੇਰੇ ਕਹਿਣ ਦਾ ਭਾਵ ਇਹ ਆ ਵੀ ਜੇਕਰ ਕੇਂਦਰ ਸਰਕਾਰ ਕਹਿੰਦੀ ਹੈ ਕਿ ਭਾਈ ਕੋਲੇ ਦੀ ਜਿਹੜੀ ਗੱਲ ਹੈ ਕੋਲੇ ਦੀ ਕਿੱਲਤ ਨਹੀਂ ਗੀ ਤਾਂ ਫਿਰ ਆਪਾਂ ਪ੍ਰਾਈਵੇਟ ਕੰਪਨੀਆਂ ਨੂੰ ਪੈਸਾ ਦੇ ਰਹੇ ਹਾਂ, ਪੰਜਾਬ ਦੇ ਲੋਕਾਂ ਦੇ ਜੇਬਾਂ ਦੇ ਵਿੱਚੋਂ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਪੈਸਾ ਜਾ ਰਿਹਾ, ਤਾਂ ਫਿਰ ਆਪਾਂ ਕੀ ਲੈਣਾ? ਉੱਥੇ ਕੋਲਾ ਘੱਟ ਹੋਵੇ ਵੱਧ ਹੋਵੇ ਤਾਂ ਫਿਰ ਪ੍ਰਾਈਵੇਟ ਕੰਪਨੀਆਂ ਸਾਨੂੰ ਕੋਲਾ ਲਿਆ ਕੇ ਦੇਣ ਜਦ ਭਾਰਤ ਸਰਕਾਰ ਕਹਿ ਰਹੀ ਸਾਡੇ ਕੋਲ ਹੈਗਾ। ਮੈਂ ਉਹ ਗੱਲ ਕਰ
ਨਹੀਂ, ਮੈਂ ਇਸੇ ਗੱਲ ਵੱਲ ਲੱਗਾ ਸਾਂ ਕਿ ਆਪਾਂ ਕੇਂਦਰ ਦੇ ਜੋ ਉਸ ਮੰਤਰੀ ਤੇ ਬਿਆਨ ਨੂੰ ਨਜ਼ਰ ਅੰਦਾਜ਼ ਕਰਦੇ, ਕਿਉਂਕਿ ਦੇਖੋ ਦੋ ਗੱਲਾਂ ਨੇ। ਜਿਸ ਤਰੀਕੇ ਨਾਲ ਦਿੱਲੀ ਵਾਲਿਆਂ ਨੇ ਵੀ ਇਹ ਮੰਗ ਕੀਤੀ ਹੈ ਬਿਜਲੀ ਕੋਲੇ ਸੰਕਟ ਦੀ, ਔਰ ਪੰਜਾਬ 'ਚ ਵੀ ਚੱਲਦੀ ਪਈ, ਪਹਿਲਾਂ ਆਪਾਂ ਉਸ ਵਰਸ਼ਨ ਦੀ ਗੱਲ ਕਰਦੇ ਹਾਂ, ਔਰ ਉਸ ਤੋਂ ਬਾਅਦ ਜਿਹੜਾ ਕੇਂਦਰ ਸਰਕਾਰ ਦੇ ਮੰਤਰੀ ਦਾ ਬਿਆਨ ਜਿਹੜਾ ਉਹ ਸੁਭਾਵਕ ਆਉਣਾ ਹੀ ਆਉਣਾ ਸੀ। ਗੱਲ ਜਿਹੜੀ ਤੁਸੀਂ ਕਰ ਰਹੇ ਜੇ, ਤੁਸੀਂ ਗੱਲ ਕਰ ਰਹੇ ਸੀ ਕਿ ਬਿਲਕੁਲ ਜੇਕਰ ਪੰਜਾਬ ਦੇ ਲੋਕ ਆਪਣੀਆਂ ਜੇਬਾਂ 'ਚੋਂ ਟੈਕਸ ਅਦਾ ਕਰਕੇ ਬਿਜਲੀ ਸਰਕਾਰ ਨੂੰ ਦਿੰਦੇ ਤੇ ਉਹ ਸਰਕਾਰ ਉਸ ਟੈਕਸ ਦੇ ਨਾਲ ਜਿਹੜੀ ਬਿਜਲੀ ਖਰੀਦਦੀ ਆ, ਤਾਂ ਕੁਦਰਤੀ ਤੌਰ ਤੇ ਇਹ ਕੰਪਨੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਕੋਲ ਕੋਲਾ 1 ਦਿਨ ਦਾ ਹੈ ਜਾਂ 2 ਦਿਨ ਦਾ ਹੈ, ਇਹ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ, ਕਿਉਂਕਿ ਇਹ ਉਹਨਾਂ ਨੇ ਬਿਜਲੀ ਦੀ ਸਪਲਾਈ ਜਿਹੜੀ ਆ ਉਹਨਾਂ ਨੇ ਕਰਨੀ ਹੈ। ਤਾਂ ਕੁਦਰਤੀ ਤੌਰ ਤੇ ਫਿਰ ਸਰਕਾਰ ਨੂੰ ਚਾਹੀਦਾ, ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਇਹ ਗੱਲ ਕੀਤੀ ਹੈ, ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਉਹਨਾਂ ਦੇ ਖਿਲਾਫ ਕੋਈ ਇਦਾਂ ਦੀ ਇੱਕ ਨਿਰਧਾਰਤ ਆਪਾਂ ਕਹਿ ਸਕਦੇ ਕਿ ਸੀਮਾ ਵੱਧ ਦਿੱਤੀ ਜਾਵੇ ਕਿ ਤੁਸੀਂ ਇੰਨੇ ਸਮੇਂ ਦੇ ਵਿੱਚ ਇਹ ਸੰਕਟ ਨੂੰ ਹੱਲ ਕਰੋ, ਜੇ ਤੁਸੀਂ ਨਹੀਂ ਕਰਦੇ ਤਾਂ ਤੁਹਾਡੇ ਇਹ ਜਿਹੜੇ ਸਮਝੌਤੇ ਨੇ ਇਹ ਰੱਦ ਕੀਤੇ ਜਾਂਦੇ ਆ। ਕਹਿਣ ਦਾ ਅਰਥ ਹੈ ਕਿ ਇਸ ਵੇਲੇ ਸਰਕਾਰ ਕੋਲ, ਪੰਜਾਬ ਸਰਕਾਰ ਕੋਲ ਬੜੀ ਵੱਡਾ ਇੱਕ ਪਲੀ ਜਿਹੜੀ ਆ ਉਹਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਵੀ ਬਣ ਜਾਂਦੀ ਆ, ਕਿ ਜਿਨ੍ਹਾਂ ਦੇ ਆਧਾਰ ਤੇ ਪਿਛਲੇ ਸਮੇਂ ਲੰਮੇ ਸਮੇਂ ਤੋਂ ਇੱਕ ਵਾਦ ਵਿਵਾਦ ਹਮੇਸ਼ਾ ਚੱਲਦਾ ਰਿਹਾ ਕਿ ਬਿਜਲੀ ਸਮਝੌਤੇ ਰੱਦ ਨਹੀਂ ਹੋ ਰਹੇ, ਬਿਜਲੀ ਸਮਝੌਤੇ ਰੱਦ ਕਰੋ। ਕੋਈ 3 ਰੁਪਏ ਬਿਜਲੀ ਦੇਣ ਦੀ ਗੱਲ ਕਰਦਾ, ਕੋਈ 300 ਯੂਨਿਟ ਮਾਫ ਕਰਨ ਦੀ ਕਰਦਾ, ਕੋਈ 400 ਯੂਨਿਟ ਮਾਫ ਕਰਨ ਦੀ ਗੱਲ ਕਰਦਾ। ਕਹਿਣ ਦਾ ਅਰਥ ਆ ਕਿ ਇਹਦੇ ਸੰਦਰਭ 'ਚ ਬਿਲਕੁਲ ਠੀਕ ਆ ਕਿ ਇਹ ਕੰਪਨੀਆਂ ਦੀ ਜ਼ਿੰਮੇਵਾਰੀ ਬਣਦੀ, ਪਰ ਫਿਰ ਜੇਕਰ ਕੰਪਨੀਆਂ ਦੀ ਜ਼ਿੰਮੇਵਾਰੀ ਬਣਦੀ ਹੈ, ਕੇਂਦਰੀ ਮੰਤਰੀ ਇਹ ਕਹਿ ਰਿਹਾ ਕਿ ਕੋਲੇ ਦੀ ਕੋਈ ਕਮੀ ਨਹੀਂ ਹੈ, ਦੂਜੇ ਪਾਸੇ ਇਹ ਸੰਕਟ ਜਿਹੜਾ ਆ ਇਹ ਕੋਲੇ ਨਾਲ ਜੋੜਿਆ ਜਾ ਰਿਹਾ, ਤੇ ਦੂਜੇ ਪਾਸੇ ਨਵਜੋਤ ਸਿੱਧੂ ਇੱਕ ਨਵਾਂ ਪ੍ਰਸ਼ਨ ਜਿਹੜਾ ਉਠਾ ਰਹੇ ਨੇ, ਔਰ ਜੈਨੂਅਨ ਪ੍ਰਸ਼ਨ ਉਠਾ ਰਹੇ ਨੇ ਕਿ ਹਾਂ ਫਿਰ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਫਿਰ ਕਿਤੇ ਇਸ ਤਰ੍ਹਾਂ ਲੱਗਦਾ ਕਿ ਇਹਦੇ ਪਿੱਛੇ ਸ਼ਾਇਦ ਕੋਲਾ ਸੰਕਟ ਨਾ ਹੋਵੇ, ਕੋਈ ਹੋਰ ਕਾਰਨ ਹੋ ਸਕਦੇ ਆ, ਕਿਉਂਕਿ ਕੇਵਲ ਔਰ ਕੇਵਲ ਇਹ ਸੰਕਟ ਜਿਹੜਾ 2 ਰਾਜਾਂ ਦੇ ਵਿੱਚ ਆ ਰਿਹਾ, ਇੱਕ ਦਿੱਲੀ ਦੇ ਵਿੱਚ ਆ ਰਿਹਾ ਔਰ ਦੂਜਾ ਪੰਜਾਬ ਦੇ ਵਿੱਚ ਦਿਖਾ ਰਹੇ ਨੇ। ਹਾਲਾਂਕਿ ਇਹ ਕਿਹਾ ਜਾ ਸਕਦਾ ਕਿ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੀ ਆਉਂਦੇ ਕੁਝ ਦਿਨਾਂ 'ਚ ਬਲੈਕ ਆਊਟ ਜਿਹੜੀ ਹੋ ਸਕਦੀ ਹੈ। ਹੁਣ ਸਰਕਾਰ ਦੀ ਇਹਦੇ ਪਿੱਛੇ ਮਨਸ਼ਾ ਕੀ ਹੈ? ਸਰਕਾਰ ਇਸ ਸੰਬੰਧੀ ਕੀ ਸਾਬਤ ਕਰਨਾ ਚਾਹੁੰਦੀ? ਕੇਵਲ 2 ਜਿਹੜੇ ਨੇ ਇਸ ਵੇਲੇ ਸਟੇਟਾਂ ਜਿਹੜੀਆਂ ਨੇ ਇਸ ਮੁੱਦੇ ਤੇ ਹਾਹਾਕਾਰ ਜਿਹੜੀ ਮਚੀ, ਇੱਕ ਦਿੱਲੀ ਦੇ ਵਿੱਚ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ। ਹਰਿਆਣਾ ਜਾਂ ਹਿਮਾਚਲ ਜਾਂ JNK ਜਾਂ ਉਹ ਸਟੇਟਸ ਜਿੱਥੇ ਭਾਜਪਾ ਸ਼ਾਸਤ ਰਾਜ ਨੇ, ਉੱਥੇ ਕੋਈ ਵੀ ਜਿਹੀ ਸਮੱਸਿਆ ਜਿਹੜੀ ਨਜ਼ਰ ਨਹੀਂ ਆ ਰਹੀ। ਮੈਂ ਜਿਹੜੀ ਆਕਸੀਜਨ ਦੀ ਜਿਹੜੀ ਉਦਾਹਰਨ ਤਾਂ ਦੇ ਰਿਹਾ ਸਾਂ ਕਿਉਂਕਿ ਸੈਂਟਰ ਸਰਕਾਰ ਜਾਂ ਕੇਂਦਰ ਸਰਕਾਰ ਨੇ ਹਮੇਸ਼ਾ ਆਪਣੇ ਉਸ ਪੱਖ ਨੂੰ ਮਜ਼ਬੂਤ ਕਰਕੇ ਹੀ ਦੱਸਣਾ ਕਿ ਜਿੱਥੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਕਿਸੇ ਵੀ ਕਿਸਮ ਦੀ ਜਿਹੜੀ ਕੋਈ ਗੱਲ ਆ ਉਹ ਨਹੀਂ ਹੈਗੀ। ਸੋ ਇਸ ਤਰੀਕੇ ਦੀ ਜਿਹੜੀ ਸਥਿਤੀ ਆ ਉਹਦੇ ਵਿੱਚ ਅਸੀਂ ਜਦੋਂ ਵੇਖਦੇ ਆ ਤਾਂ ਇਹ ਕੁਦਰਤੀ ਤੌਰ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਸਾਨੂੰ ਇਹਨਾਂ ਦੀ ਹੀ ਨਿਰਧਾਰਤ ਜਿਹੜੀ ਉਹ ਨਜ਼ਰ ਆਉਂਦੀ ਹੈ। ਸੋ ਕੰਪਨੀਆਂ ਨੂੰ ਇਹ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨਾਲ ਉਹਨਾਂ ਨੇ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਨ ਤੌਰ ਤੇ ਉਹ ਚੀਜ਼ ਮੁਹੱਈਆ ਕੀਤੀ ਜਾਏ। ਪੰਜਾਬ ਦੇ ਲੋਕ ਕਿਉਂ ਕਿਸੇ ਤਰਾਸਦੀ ਨੂੰ ਭੋਗਣ, ਕਿਉਂਕਿ ਜਦੋਂ ਉਹ ਪੂਰਨ ਤੌਰ ਤੇ ਆਪਣੀਆਂ ਜੇਬਾਂ 'ਚੋਂ ਸਰਕਾਰ ਨੂੰ ਟੈਕਸ ਦਿੰਦੇ ਆ ਤਾਂ ਉਸ ਟੈਕਸ ਦੀ ਬਦੌਲਤ ਜਿਹੜੀ ਸਰਕਾਰ ਬਿਜਲੀ ਖਰੀਦਦੀ ਆ, ਇਹ ਕੰਪਨੀਆਂ ਦੀ ਹੀ ਜ਼ਿੰਮੇਵਾਰੀ ਹੈ। ਨਵਜੋਤ ਸਿੱਧੂ ਦਾ ਸਵਾਲ ਜਿਹੜਾ ਪੂਰਨ ਤੌਰ ਤੇ ਜੈਨੂਅਨ ਪ੍ਰਸ਼ਨ ਆ ਜਿਹੜਾ ਉਸਨੇ ਠਾਇਆ, ਉਹਨੇ ਜ਼ਿੰਮੇਵਾਰੀ ਤੈਅ ਕੀਤੀ ਹੈ। ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਹੀ ਨਹੀਂ ਬਣਦਾ ਕਿਉਂਕਿ ਸਰਕਾਰ ਨੇ ਪੈਸੇ ਦਿੱਤੇ ਆ। ਅੱਜ OP ਸੋਨੀ ਦਾ ਵੀ ਬਿਆਨ ਆ ਰਿਹਾ ਸੀ ਕਿ ਸਾਨੂੰ ਮਤਲਬ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਏਦਾਂ ਦੀ ਚਿੰਤਾ ਜਿਹੜੀ ਉਹ ਨਹੀਂ ਕਰਨੀ ਚਾਹੀਦੀ, ਅਸੀਂ ਬਿਜਲੀ ਜਿੱਥੋਂ ਮਰਜ਼ੀ ਖਰੀਦ ਕੇ ਲੈ ਅਸੀਂ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ। ਹੁਣ ਸਰਕਾਰ, ਮੈਨੂੰ ਇਸ ਤਰ੍ਹਾਂ ਲੱਗਦਾ ਆਪਣੇ ਸਿੱਧੂ ਸਾਹਿਬ ਸਰਕਾਰ ਆਪ ਹੀ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਇਹੋ ਹੀ ਨਹੀਂ ਪਤਾ ਲੱਗਦਾ ਪਿਆ ਕਿ ਜੇਕਰ ਕੰਪਨੀ ਨੂੰ ਅਸੀਂ ਪੈਸੇ ਦੇ ਰਹੇ ਤਾਂ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਜਿੱਥੋਂ ਮਰਜ਼ੀ ਲਿਆ ਕੇ ਦੇਵੇ। ਪਰ ਸ਼ਾਇਦ ਇਹ OP ਸੋਨੀ ਦੇ ਇਹ ਜਿਹੜਾ ਬਿਆਨ ਆਇਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਸੰਕਟ ਨਾਲ ਪੀੜਤ ਨਹੀਂ ਹੋਣ ਦੇਵਾਂਗੇ, ਇਹ ਪਤਾ ਨਹੀਂ ਉਹਨਾਂ ਨੇ ਕਿਉਂ ਦਿੱਤਾ। ਸ਼ਾਇਦ ਉਹਨਾਂ ਦੀ ਉਹੀ ਫਿਰ ਅਸੀਂ ਕਹਿ ਸਕਦੇ ਕਿ ਸਮਝ ਦੀ ਘਾਟ ਹੈ ਜਾਂ ਰਾਜਨੀਤੀ ਉਥੋਂ ਉਸ ਪੱਧਰ ਤੱਕ ਨਹੀਂ ਸੋਚ ਸਕਦੀ ਜਿਸ ਪੱਧਰ ਤੱਕ ਉਹਨਾਂ ਨੂੰ ਸੋਚਣਾ ਚਾਹੀਦਾ। ਤੇ ਨਵਜੋਤ ਸਿੱਧੂ ਨੂੰ ਇੱਕ ਜੈਨੂਅਨ ਜਿਹੜਾ ਪ੍ਰਸ਼ਨ ਠਾ ਕੇ ਜੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲੇ ਕੋਲੇ ਦੀ ਕਮੀ ਨਹੀਂ, ਤਾਂ ਪੰਜਾਬ ਦੇ ਲੋਕਾਂ ਦੇ ਉੱਪਰ ਬਿਜਲੀ ਦੇ ਕੱਟ ਲਗਾਏ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਮੈਸੇਜ ਪਹੁੰਚਾਏ ਜਾ ਰਹੇ ਨੇ ਜਿਸ ਤਰੀਕੇ ਦੇ ਕਿ ਭਾਈ ਤੁਸੀਂ ਬਿਜਲੀ ਸੰਜਮ ਦੇ ਨਾਲ ਵਰਤੋ, ਤੇ ਜਿਹੜੇ ਬਿਜਲੀ ਕੱਟ ਦੇ ਨਾਲ ਲੋਕਾਂ ਦੇ ਕਾਰੋਬਾਰ ਦੇ ਵਿੱਚ ਵੀ ਜਿਹੜਾ ਫਰਕ ਪੈ ਰਿਹਾ, ਯਾਨੀ ਕਿ ਬਿਜਲੀ ਦੀ ਪੂਰੀ ਖਪਤ ਜਿੰਨੀ ਚਾਹੀਦੀ ਹੁੰਦੀ ਹੈ ਉਨੀ ਨਹੀਂ ਮਿਲ ਰਹੀ। ਤਾਂ ਫਿਰ ਇਸ ਨੂੰ ਆਧਾਰ ਬਣਾ ਕੇ ਵੀ ਜਿਹੜੇ PPA ਸਮਝੌਤੇ ਰੱਦ ਕਰਨੇ ਆ ਉਹਨਾਂ ਨੂੰ ਲੈ ਕੇ ਜਾਂ ਤਾਂ ਜੁਰਮਾਨੇ ਕੀਤੇ ਜਾ ਸਕਦੇ ਆ ਤੇ ਜਾਂ ਫਿਰ ਰੱਦ ਕਰਨ ਵਾਲੇ ਪਾਸੇ ਨੂੰ ਵੀ ਵਧਿਆ ਜਾ ਸਕਦਾ। ਇਹ ਵਧੀਆ ਮੌਕਾ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਕਹਿ ਰਹੇ ਨੇ। ਬਿਲਕੁਲ ਸਰ, ਮੈਂ ਤਾਂ ਉਹੀ ਸਿੱਧੂ ਸਾਹਿਬ ਉਹੀ ਗੱਲ ਕਹੀ ਕਿ ਇਸ ਵੇਲੇ ਸਰਕਾਰ ਦੇ ਕੋਲ ਇੱਕ ਬੜੀ ਵਧੀਆ ਜਿਹੜੀ ਪਲੀ ਹੈ ਉਹ ਸਰਕਾਰ ਕੋਲ ਆ ਗਿਆ, ਇੱਕ ਬਹੁਤ ਵਧੀਆ ਮੌਕਾ ਆ ਕਿ ਉਹ ਇਹਨਾਂ ਕੰਪਨੀਆਂ ਨੂੰ ਸਿੱਧੇ ਰਾਹ ਪਾ ਸਕਦੀ। ਕਿਉਂਕਿ ਪਿਛਲੇ ਸਮੇਂ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਉਸ ਵਕਤ ਉਹਨਾਂ ਨੇ ਇੱਕ ਸਟੇਟਮੈਂਟ ਆਈ ਜਦੋਂ ਫਿਰ ਨਾ ਇੱਕ ਸ਼ਾਮ ਨੂੰ ਆਇਆ ਕਿ ਉਹਨਾਂ ਨੇ ਸਮਝੌਤੇ ਰੱਦ ਕਰ ਦਿੱਤੇ ਆ। ਸਮਝੌਤੇ ਉਹਨਾਂ ਦੀ ਟੀਮ ਨੇ ਕਿਹਾ ਜੀ ਰਿਵਿਊ ਕੀਤੇ ਜਾ ਰਹੇ ਆ, ਫਿਰ ਇੱਕ ਖਬਰ ਆਈ ਰੱਦ ਕੀਤੇ ਜਾ ਰਹੇ ਆ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਕਿ ਨਹੀਂ, ਇਹ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ ਕਿਉਂਕਿ ਉਹ ਗੱਲ ਨੂੰ ਸੁਪਰੀਮ ਕੋਰਟ ਜਾ ਸਕਦੇ ਆ। ਜੇਕਰ ਉਹ ਸੁਪਰੀਮ ਕੋਰਟ ਜਾ ਸਕਦੇ ਆ
ਉਸ ਵਕਤ ਕਿ ਇਹ ਸਮਝੌਤੇ ਰੱਦ ਨਹੀਂ ਹੋ ਸਕਦੇ, ਤਾਂ ਫਿਰ ਸਰਕਾਰ ਕੋਲ ਇਸ ਵੇਲੇ ਬੜਾ ਵਧੀਆ ਮੌਕਾ ਕਿ ਸਰਕਾਰ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਸਕਦੀ ਹੈ ਕਿ ਆਹ ਦੇਖੋ ਪੰਜਾਬ ਦੇ ਵਿੱਚ ਜੋ ਹੋ ਰਿਹਾ, ਇਸ ਦਾ ਸੰਤਾਪ ਜਿਹੜੇ ਪੰਜਾਬ ਦੇ ਲੋਕ ਭੋਗ ਰਹੇ ਨੇ, ਲਿਟੀਗੇਸ਼ਨ ਜਿਹੜੀ ਪੈ ਸਕਦੀ ਹੈ। ਪਰ ਗੱਲ ਤੇ ਹੈਗੀ ਆ ਆਪਣੇ ਸੁਖਵਿੰਦਰ ਜੀ, ਗੱਲ ਤਾਂ ਇਹ ਆ ਕਿ ਇਹ ਜਿਹੜੇ ਸਮਝੌਤੇ ਹੋਏ ਨੇ ਜਿਨ੍ਹਾਂ ਕੰਪਨੀਆਂ ਦੇ ਨਾਲ ਹੋਏ ਨੇ, ਸਰਕਾਰ ਦੇ ਕਿਹੜੇ ਮੰਤਰੀਆਂ ਦੇ ਜਿਹੜੇ ਅੰਦਰੋਂ ਅੰਦਰ ਜਿਹੜੇ ਤਾਲਮੇਲ ਆ ਜਾਂ ਕਿੱਥੋਂ ਤੱਕ ਹੱਥ ਰੜੇ ਨੇ, ਇਹ ਇੱਕ ਵੱਖਰਾ ਵਿਸ਼ਾ ਹੈਗਾ। ਜਿੰਨਾ ਚਿਰ ਤੱਕ ਉਹ ਨੀਅਤ ਤੇ ਨੇਕ ਨੀਤੀ ਜਿਹੜੀ ਉਹ ਸਪਸ਼ਟ ਨਹੀਂ ਹੁੰਦੀ, ਉਹਨਾਂ ਚਿਰ ਕੁਝ ਵੀ ਨਹੀਂ ਹੋ ਸਕਦਾ। ਠੀਕ ਹੈ, ਨਵਜੋਤ ਸਿੱਧੂ ਨੇ ਆਪਣੀ ਪੂਰਨ ਤੌਰ ਤੇ ਜ਼ਿੰਮੇਵਾਰੀ ਠੋਕ ਕੇ ਨਿਭਾਈ ਆ ਔਰ ਉਹਨੇ ਇਹ ਗੱਲ ਨਿਰਧਾਰਤ ਕੀਤੀ। ਅੱਜ ਤੱਕ ਕਿਸੇ ਦੇ ਵੀ ਮਨ 'ਚ ਇਹ ਪ੍ਰਸ਼ਨ ਜਿਹੜਾ ਨਹੀਂ ਸੀ ਆ ਰਿਹਾ ਜਿਸ ਤਰੀਕੇ ਨਾਲ ਤੁਸੀਂ ਇਸ ਸਥਿਤੀ ਨੂੰ ਪੈਦਾ ਕੀਤਾ, ਜਾਂ ਨਵਜੋਤ ਸਿੱਧੂ ਨੇ ਇਹ ਟਵੀਟ ਦੇ ਰੂਪ ਦੇ ਵਿੱਚ ਇਹ ਗੱਲ ਕਹੀ ਆ ਕਿ ਜ਼ਿੰਮੇਵਾਰੀ ਉਹਨਾਂ ਕੰਪਨੀਆਂ ਦੀ ਬਣਦੀ ਹੈ ਕੁਦਰਤੀ ਤੌਰ ਤੇ, ਅਤੇ ਸਰਕਾਰ ਇਹਦੇ ਵਿੱਚ ਇੱਕ ਸਾਈਡ ਤੇ ਹੋ ਸਕਦੀ, ਮਤਲਬ ਹੋ ਜਾਂਦੀ, ਸਰਕਾਰ ਆਪਣਾ ਪੱਲਾ ਝਾੜਦੀ ਨਜ਼ਰ ਆ ਸਕਦੀ ਔਰ ਪੱਲਾ ਝਾੜਦੇ ਵੀ ਉਹਨਾਂ ਤੇ ਸਕੰਜਾ ਵੀ ਕਰ ਸਕਦੀ ਹੈ ਕੰਪਨੀਆਂ ਦੇ ਉੱਤੇ ਕਿ ਹਾਂ ਵੀ ਤੁਸੀਂ ਇਹ ਗੱਲਾਂ ਤੁਸੀਂ ਕੀਤੀਆਂ ਸੀ, ਤੁਸੀਂ ਲਿਆ ਕੇ ਦਿਓ। ਪਰ ਹੁਣ ਗੱਲ ਤਾਂ ਇਹ ਹੋਈ ਕਿ ਸਰਕਾਰ ਦੀ ਜ਼ਿੰਮੇਵਾਰੀ ਜਾਂ ਸਰਕਾਰ ਦੀ ਨੀਤੀ ਕੀ ਆ। ਉਦਾਂ ਤਾਂ ਮੁੱਖ ਮੰਤਰੀ ਸਾਹਿਬ ਦੇ ਸੰਬੰਧੀ ਅੱਜ ਕੱਲ੍ਹ ਇਹ ਬੜੀ ਚਰਚਾ ਨੇ, ਘਰ ਘਰ ਵਿੱਚ ਚੱਲੀ ਗੱਲ, ਮੁੱਖ ਮੰਤਰੀ ਕਰਦਾ ਮਸਲੇ ਹੱਲ। ਜੇਕਰ ਮਸਲੇ ਇਸ ਤਰੀਕੇ ਨਾਲ ਸਲੋਗਨਾਂ ਦੇ ਨਾਲ ਚੱਲਦੇ ਆ ਤਾਂ ਇਹ ਵੀ ਮਸਲਾ ਇੱਕ ਬੜਾ ਗੰਭੀਰ ਆ। ਜਿਸ ਤਰੀਕੇ ਨਾਲ ਤੁਸੀਂ ਇਹ ਨਹੀਂ ਗੱਲ ਕਹੀ ਕਿ ਇਸ ਵੇਲੇ ਸਮੁੱਚੇ ਪੰਜਾਬ 'ਚ ਬਿਜਲੀ ਸੰਕਟ ਛਾਇਆ, ਕੋਈ ਸ਼ੱਕ ਨਹੀਂ ਕਿ 3-3 4-4 ਘੰਟੇ ਦੇ ਲੰਮੇ ਕੱਟ ਜਿਹੜੇ ਉਹ ਲੱਗ ਰਹੇ ਨੇ ਔਰ ਕੱਟ ਲੱਗਣ ਨਾਲ ਜਿੱਥੇ ਘਰੇਲੂ ਖਪਤਕਾਰ ਪ੍ਰਭਾਵਿਤ ਹੋ ਰਿਹਾ, ਉੱਥੇ ਨਾਲ ਹੀ ਜਿਹੜੀ ਇੰਡਸਟਰੀ ਆ ਉਹ ਵੀ ਪ੍ਰਭਾਵਿਤ ਹੋ ਰਹੀ ਆ। ਦੂਜੇ ਪਾਸੇ ਕਿਸਾਨੀ ਤੇ ਵੀ ਇਸ ਦਾ ਪ੍ਰਭਾਵ ਜਿਹੜਾ ਮਾੜਾ ਪੈ ਰਿਹਾ। ਤਾਂ ਪੂਰਨ ਤੌਰ ਤੇ ਇਹੋ ਹੀ ਚਾਹੀਦਾ ਕਿ ਸਰਕਾਰ ਜਿਹੜੀ ਹੈ ਇਸ ਵਕਤ ਹੁਣ ਆਨਕੀ ਸਾਹਿਬ ਗੱਲ ਇਹ ਆ ਕਿ 2-4 ਦਿਨ ਜਿਹੜਾ ਠੀਕ ਹੈ ਜ਼ਰੂਰੀ ਸੀਗਾ, ਲਖੀਮਪੁਰ ਵਾਲਾ ਵੀ ਇਨਸਾਨੀਅਤ ਦੇ ਤੌਰ ਤੇ, ਕਿਸਾਨ ਅੰਦੋਲਨ ਦੇ ਤੌਰ ਤੇ ਸਵਾਲ ਚੱਕਣੇ ਲਖੀਮਪੁਰ ਕਾਂਡ ਤੇ ਜ਼ਰੂਰੀ ਸੀ, ਸਾਰਿਆਂ ਨੇ ਚੱਕ ਲਿਆ। ਉਹ ਬੰਦਾ ਜਿਹੜਾ ਦੋਸ਼ੀ ਗ੍ਰਿਫਤਾਰ ਉਹ ਹੋ ਚੁੱਕਿਆ ਹੈ। ਅੱਗੇ ਪੁਲਿਸ ਨੇ ਜਿਹੜੀ ਕਾਰਵਾਈ ਕਰਨੀ ਉਹ ਕਰ ਰਹੀ ਹੈ। ਕਿਸਾਨ ਅੰਦੋਲਨ ਵਾਲੀਆਂ ਜਥੇਬੰਦੀਆਂ ਜਿਹੜੀਆਂ ਉਹਨੂੰ ਸਹੀ ਢੰਗ ਨਾਲ ਦੇਖ ਰਹੀਆਂ ਨੇ। ਹੁਣ ਜਿਹੜਾ ਲਖੀਮਪੁਰ ਵਾਲੇ ਕਾਂਡ ਤੇ ਪੰਜਾਬ ਸਰਕਾਰ ਆਪਦਾ ਸਮਾਂ ਬਰਬਾਦ ਜਾਣਬੁੱਝ ਕੇ ਨਾ ਕਰੇ। ਹੁਣ ਸੀਐਮ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੀ ਅੱਜ ਮੈਰਿਜ ਵੀ ਮੁੱਕ ਗਈ ਹੈ, ਮੈਰਿਜ ਵਧੀਆ ਤਰੀਕੇ ਨਾਲ ਹੋਈ, ਉਹਨਾਂ ਨੂੰ ਮੁਬਾਰਕਬਾਦ ਹੈ, ਉਹ ਜੋੜੇ ਨੂੰ ਵੀ ਮੁਬਾਰਕਬਾਦ ਹੈ ਤੇ ਸਾਰੀ ਕਾਂਗਰਸ ਪਾਰਟੀ ਨੂੰ ਮੁਬਾਰਕਬਾਦ ਹੈ। ਅੱਜ ਸਾਰੇ ਐਮਐਲਏ ਤੇ ਮੰਤਰੀਆਂ ਨੇ ਉੱਥੇ ਵਿਆਹ ਵੀ ਖਾ ਲਿਆ, ਸਾਰੇ ਹੁਣ ਹੋ ਜਾਗੇ ਮੇਰੇ ਹਿਸਾਬ ਨਾਲ ਵਿਹਲੇ। ਤੇ ਹੁਣ ਰਹਿ ਗਏ ਦਿਨ ਥੋੜੇ, ਉਂਗਲਾਂ ਤੇ ਗਿਣ ਜੋਗੇ ਰਹਿ ਗਿਆ ਦਿਨ। ਮੈਨੂੰ ਲੱਗਦਾ ਕਿ ਦਿਨ ਚਲੋ ਉਂਗਲਾਂ ਜਨ ਤੋਂ ਥੋੜੇ ਜ਼ਿਆਦਾ ਰਹਿ ਗਏ ਕਿਉਂਕਿ 2 ਮਹੀਨਿਆਂ ਦੇ ਕਰੀਬ ਦਿਨ ਰਹਿ ਗਏ ਹੋਣੇ ਆ। ਤਾਂ ਅਜਿਹੇ ਦਿਨਾਂ ਨੂੰ ਖਰਾਬ ਨਾ ਕੀਤਾ ਜਾਵੇ। ਹੁਣ ਉਹਨਾਂ ਮੁੱਦਿਆਂ ਤੇ ਵਾਪਸ ਆ ਜਾਓ ਜਿਹੜੇ ਮੁੱਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਸੀ। ਤਾਂ ਪੀਪੀਐਸ ਸਮਝੌਤੇ ਰੱਦ ਕੀਤੇ ਜਾਣ, ਬੇਅਦਬੀ ਮਾਮਲਿਆਂ ਤੇ ਕੀ ਹੋ ਰਿਹਾ, ਗੋਲੀ ਕਾਂਡ ਤੇ ਕੀ ਹੋ ਰਿਹਾ, ਇਹਨਾਂ ਮੁੱਦਿਆਂ ਤੇ ਹੁਣ ਸਾਰਿਆਂ ਨੂੰ ਵਾਪਸ ਮੁੜ ਆਉਣਾ ਚਾਹੀਦਾ। ਕਿਉਂ ਆਖੀ ਸਾਹਿਬ? ਬਿਲਕੁਲ ਜੀ, ਬਿਲਕੁਲ। ਆਹ ਗੱਲ ਜਿਹੜੀ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਇਸੇ ਮੈਂ ਸਿਰਫ ਸਭ ਇਹ ਤੁਹਾਨੂੰ ਲੱਗਾ ਕਿ ਇੱਕ ਦਿਨ ਆਪਾਂ ਗੱਲ ਕਰਨ ਲੱਗਿਆ ਸਮਾਂ ਤੁਹਾਡੇ ਨਾਲ ਕਿ ਇਹਦੇ ਉੱਤੇ ਇੱਕ ਵੱਖਰਾ ਪ੍ਰੋਗਰਾਮ ਜਿਹੜਾ ਉਹ ਕੀਤਾ ਜਾਵੇ ਕਿ ਦੇਖੋ ਉਹ ਮੁੱਦਿਆਂ ਨੂੰ ਲੈ ਕੇ ਜਿਹੜਾ 18 ਨੁਕਾਤੀ ਪ੍ਰੋਗਰਾਮ ਗੱਲ ਕਿੱਥੋਂ ਚੱਲੀ ਸੀ। ਗੱਲ ਚੱਲੀ ਸੀ 9 ਅਪ੍ਰੈਲ ਤੋਂ। 9 ਅਪ੍ਰੈਲ ਤੋਂ ਐਸਟੀਐਫ ਦੀ ਰਿਪੋਰਟ ਰੱਦ ਹੋਈ। ਰੱਦ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਕਿਹੜੇ ਨਵੇਂ ਮਸਲੇ ਉੱਠੇ, ਕਾਂਗਰਸ ਹਾਈਕਮਾਨ ਦੀ ਐਂਟਰੀ ਹੋਈ। ਉਹ ਸਾਰੇ ਇਸ ਐਪੀਸੋਡ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਰਗੇ ਤਾਕਤ ਲੀਡਰ ਦੀ ਬੜੀ ਦੇ ਦਿੱਤੀ। ਕਾਂਗਰਸ ਪਾਰਟੀ ਨੇ ਨਵਾਂ ਮੁੱਖ ਮੰਤਰੀ ਆ ਗਿਆ, ਪੰਜਾਬ ਨੂੰ ਨਵੇਂ ਕਾਂਗਰਸ ਦੇ ਪ੍ਰਧਾਨ ਜਿਹੜਾ ਉਹ ਮਿਲ ਗਿਆ। ਪਰ ਸਿੱਧੂ ਸਾਹਿਬ ਉਹ ਜਿਹੜੇ ਮਸਲਿਆਂ ਨੂੰ ਲੈ ਕੇ ਗੱਲ ਸ਼ੁਰੂ ਹੋਈ ਉਹ ਘਟੇ ਕੌਡੀਆਂ 'ਚ ਰੁਲ ਗਏ। ਮਸਲਾ ਵੇਖੋ ਲਖੀਮਪੁਰ ਖੀਰੀ ਦਾ ਇੱਕ ਨਵਾਂ ਮਸਲਾ ਸ਼ੁਰੂ ਹੋ ਗਿਆ। ਠੀਕ ਹੈ, ਕਿਸਾਨ ਜਿਹੜੇ ਸ਼ਹੀਦ ਹੋਏ ਨੇ ਜਾਂ ਮਾਰੇ ਗਏ ਨੇ ਉਹਨਾਂ ਦੇ ਪ੍ਰਤੀ ਦੁੱਖ ਦਾ ਇਜ਼ਹਾਰ ਕਰਨਾ ਹਰ ਮਾਨਵਤਾ ਦਾ ਪਹਿਲਾ ਕਦਮ ਆ। ਪਰ ਉਹ ਜਿਹੜੇ ਮੁੱਦੇ, ਉਹਨਾਂ ਮੁੱਦਿਆਂ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ, ਨਾ ਗੱਲ ਕਰ ਰਿਹਾ, ਨਾ ਐਸਟੀਐਫ ਦੀ ਉਸ ਬਰਗਾਦੀ ਖੰਡ ਦੀ, ਨਾ ਬਹਿਬਲ ਕਰਾਂ ਦੀ। ਔਰ ਈਵਨ ਕਿ ਅਕਤੂਬਰ ਨੂੰ ਜਿਹੜੇ ਅਕਾਲ ਤਖਤ ਦੇ ਮੁਖੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਣ ਤੇ ਪੇਸ਼ ਹੋਣ ਦੀ ਅਪੀਲ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ, ਨਾ ਹੀ ਕੋਈ ਉਹਦੇ ਸੰਬੰਧੀ ਕੋਈ ਗੱਲਬਾਤ ਹੋਈ। ਕਹਿਣ ਦਾ ਮਤਲਬ ਇਸ ਤਰੀਕੇ ਦਾ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਉਹ ਮਸਲੇ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਸੱਤਾ ਦੇ ਵਿੱਚ ਤਬਦੀਲੀ ਹੋਈ, ਇੱਕ ਨਵਾਂ ਮੁੱਖ ਮੰਤਰੀ ਬਣਿਆ, ਪੂਰੀ ਕਾਂਗਰਸ ਹਾਈਕਮਾਨ ਇਸ ਸਾਰੇ ਮਸਲੇ 'ਚ ਐਕਟਿਵ ਹੋ ਗਈ ਤੇ ਅਖੀਰ ਤੇ ਉਹ ਮੁੱਦੇ ਇੱਕ ਸਾਈਡ ਤੇ ਕਰ ਦਿੱਤੇ ਜਾਂ ਉਹ ਖਤਮ ਹੋ ਗਏ ਔਰ ਨਵੇਂ ਜਿਹੜੇ ਇਸ਼ੂ ਨੇ ਉਹ ਸਟਾਰਟ ਚੱਲ ਪਏ। ਪਰ ਲੋੜ ਇਹੋ ਹੀ ਆ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਸੱਤਾ ਤਬਦੀਲੀ ਹੋਈ, ਮੁੱਖ ਮੰਤਰੀ ਬਦਲਿਆ ਗਿਆ, ਨਵਾਂ ਮੁੱਖ ਮੰਤਰੀ ਆਇਆ, ਉਹਦੀ ਨਵੀਂ ਟੀਮ ਆਈ, ਤਾਂ ਜ਼ਰੂਰੀ ਆ ਕਿ ਅੱਜ ਦੀ ਤਰੀਕ 'ਚ ਜਿਸ ਤਰ੍ਹਾਂ ਤੁਸੀਂ ਬਹੁਤ ਵਧੀਆ ਵਧਾਈ ਵੀ ਦਿੱਤੀ ਆ ਔਰ ਸਰਕਾਰ ਨੂੰ ਉਸ ਦੀ ਬਣਦੀ ਜ਼ਿੰਮੇਵਾਰੀ ਵੀ ਦਿਖਾਈ ਆ ਕਿ ਬਹੁਤ ਕੁਝ ਹੋ ਗਿਆ, ਹੁਣ ਉਹਨਾਂ ਮੁੱਦਿਆਂ ਵੱਲ ਆ ਜਾਓ ਕਿਉਂਕਿ ਟਾਈਮ ਜਿਹੜਾ ਥੋੜਾ ਹੀ ਰਹਿ ਗਿਆ, ਹਾਰਡਲੀ ਕੋਈ ਮਹੀਨਾ ਜਾਂ 1.25 ਮਹੀਨਾ ਰਹਿ ਗਿਆ। ਜਿਸ ਦਿਨ ਕੋਡ ਆਫ ਕੰਡਕਟ ਲੱਗ ਗਿਆ ਉਸ ਦਿਨ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਖਤਮ ਹੋ ਜਾਣੀਆਂ। ਹਾਂ, ਹੁਣ ਇਹੋ ਹੀ ਵੇਖਣ ਵਾਲਾ ਪ੍ਰਸ਼ਨ ਹੈ ਕਿ ਸਰਕਾਰ ਇਸ ਪ੍ਰਤੀ, ਉਹਨਾਂ ਮਸਲਿਆਂ ਦੇ ਪ੍ਰਤੀ ਕਿੰਨੀ ਕੁ ਸੰਜੀਦਗੀ ਦਿਖਾਉਂਦੀ ਆ।
ਕਿਸ ਹੱਦ ਤੱਕ ਉਹ ਜਾਂਦੀ ਹੈ ਤੇ ਕਿਸ ਹੱਦ ਤੱਕ ਉਹਨਾਂ ਮਸਲਿਆਂ ਨੂੰ ਹੱਲ ਕਰਨ ਵਾਸਤੇ ਦਿਲਚਸਪ ਮਤਲਬ ਸੰਜੀਤ ਗੰਭੀਰ ਹੈ ਜਾਂ ਨਹੀਂ ਹੈ। ਦੇਖੋ ਜੇ ਤੇ ਉਹ ਗੰਭੀਰ ਹੋਈ ਤਾਂ ਆਉਂਦੇ ਕੁਝ ਦਿਨਾਂ ਦੇ ਵਿੱਚ, ਕਿਉਂਕਿ ਇਹ ਕੱਲ ਤੋਂ ਬਾਅਦ ਫਿਰ ਲੋਕਾਂ ਦਾ ਧਿਆਨ ਉਹਨਾਂ ਮਸਲਿਆਂ ਵੱਲ ਲੱਗ ਜਾਣਾ। ਲੋਕਾਂ ਨੇ ਫਿਰ ਨਵਜੋਤ ਸਿੱਧੂ ਦੇ ਉਸ ਪ੍ਰਧਾਨਗੀ ਪਦ ਦੀ ਗੱਲ ਕਰਨੀ ਹੈ ਕਿ ਜਦਾ ਅਸਤੀਫਾ ਉਹ ਦੇ ਚੁੱਕੇ ਆ ਤੇ ਕਾਂਗਰਸ ਹਾਈਕਮਾਨ ਨੇ ਉਸ ਅਸਤੀਫੇ ਨੂੰ ਨਜ਼ਰ ਅੰਦਾਜ਼ ਕਰਦੇ ਆ ਫਿਰ ਨਵਜੋਤ ਸਿੱਧੂ ਨੂੰ ਬਤੌਰ ਪ੍ਰਧਾਨ ਉਹਦੀਆਂ ਕਾਰਵਾਈਆਂ ਸੰਭਾਲਣ ਦੀ ਜਿਹੜੀ ਜ਼ਿੰਮੇਵਾਰੀ ਦੇ ਦਿੱਤੀ ਹੈ। ਤਾਂ ਨਵਜੋਤ ਸਿੱਧੂ ਨੇ ਅੱਜ ਹੀ ਲਖੀਮਪੁਰ ਖੀਰੀ ਵਾਲੇ ਜਿਹੜਾ ਐਪੀਸੋਡ ਤੋਂ ਅਲੱਗ ਹੁੰਦੇ ਆ, ਅੱਜ ਪਹਿਲੇ ਦਿਨ ਹੀ ਆਪਣੀ ਬਤੌਰ ਪਾਰਟੀ ਪ੍ਰਧਾਨ ਜ਼ਿੰਮੇਵਾਰੀ ਨਿਭਾਉਂਦੇ ਆ ਇਹ ਟਵੀਟ ਜਿਹੜਾ ਉਹਨਾਂ ਨੇ ਉਹ ਛੱਡ ਦਿੱਤਾ ਔਰ ਇੱਕ ਕਿਸਮ ਦਾ ਉਹਨਾਂ ਨੇ ਸਰਕਾਰ ਨੂੰ ਘੇਰੇ ਵਿੱਚ ਲੈਂਦੇ ਸਰਕਾਰ ਨੂੰ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਦੀ ਯਾਦ ਦਵਾਈ ਹੈ ਕਿ ਤੁਸੀਂ ਕੀ ਕਰ ਸਕਦੇ ਜੇ। ਹਾਂ, ਹੁਣ ਆਉਂਦੇ ਆ ਕੁਝ ਦਿਨਾਂ ਦੇ ਵਿੱਚ ਜਿਹੜੇ ਅਹਿਮ ਮੁੱਦੇ ਨੇ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਉਹਦੇ ਦੋਸ਼ੀਆਂ ਦਾ, ਔਰ ਦੂਜੇ ਪਾਸੇ ਬਾਈਬਲ ਕਰਾਂ ਕੋਟਕਪੂਰਾ ਗੋਲੀ ਕਾਂਡ ਦਾ ਮੁੱਦਾ, ਔਰ ਜਿਹੜਾ ਤੀਸਰਾ ਆ ਬਿਜਲੀ ਸਮਝੌਤੇ ਸੀ। ਇਹ ਮੁੱਦੇ ਜ਼ਰੂਰੀ ਨੇ ਜਿਨ੍ਹਾਂ ਨੂੰ ਹੱਲ ਕਰਨਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਆ। ਬਹੁਤ ਕੁਝ ਹੋ ਗਿਆ, ਹੁਣ ਜਿਹੜਾ ਸਰਕਾਰ ਦਾ ਜਿਹੜਾ 10-15 ਦਿਨ ਦਾ ਹਨੀਮੂਨ ਸੀ ਉਹ ਵੀ ਖਤਮ ਹੋ ਚੁੱਕਾ। ਹੁਣ ਨਵੀਂ ਸਰਕਾਰ ਨੂੰ ਚਾਹੀਦਾ ਕਿ ਉਹ ਵਾਅਦੇ ਉਹ ਦਾਅਵੇ ਜਿਹੜੇ ਜਿਨ੍ਹਾਂ ਨੂੰ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡਲਾਈਨ ਕੀਤਾ ਗਿਆ ਔਰ ਨਵਾਂ ਮੁੱਖ ਮੰਤਰੀ ਆਇਆ ਔਰ ਉਸ ਮੁੱਖ ਮੰਤਰੀ ਨੂੰ ਬਣਨ ਵਾਸਤੇ 4 ਜਿਹੜੇ ਬੰਦੇ ਅਹਿਮ ਜਿਹੜੇ ਸੀ ਉਹਨਾਂ ਨੂੰ ਵੀ ਸਾਈਡਲਾਈਨ ਕਰਕੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਜਦੋਂ ਬਣਾਇਆ ਗਿਆ ਤਾਂ ਫਿਰ ਹੁਣ ਖਜ਼ਾਨੇ ਖਾਲੀਆਂ ਦਾ ਗੱਲ ਨਹੀਂ ਹੋਣੀ ਚਾਹੀਦੀ। ਹੁਣ ਲੋਕ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਆ, ਲੋਕ ਹਿੱਤਾਂ ਦੀ ਗੱਲ ਹੋਣੀ ਚਾਹੀਦੀ ਆ ਔਰ ਉਹਨਾਂ ਚੀਜ਼ਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਜਿਹੜੇ 2017 ਦੇ ਵਿੱਚ ਜਿਨ੍ਹਾਂ ਦੇ ਸੰਬੰਧੀ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ। ਉਹਨਾਂ ਵਾਅਦਿਆਂ ਨੂੰ ਹੁਣ ਪੂਰਾ ਕਰਨ ਦਾ ਸਮਾਂ ਆ ਗਿਆ। ਹੁਣ ਇੰਨੀ ਗੱਲ ਨਹੀਂ ਕਹੀ ਜਾ ਸਕਦੀ ਕਿ ਚੰਨੀ ਹੁਣੀ ਇਹ ਗੱਲ ਕਹਿੰਦੇ ਜੀ ਵੇਖੋ ਜੀ ਮੈਨੂੰ ਥੋੜਾ ਟਾਈਮ ਮਿਲਿਆ, ਥੋੜਾ ਟਾਈਮ ਤਾਂ ਠੀਕ ਆ ਬਤੌਰ ਮੁੱਖ ਮੰਤਰੀ ਮਿਲਿਆ, ਪਰ ਉਹ ਇਸ ਸਰਕਾਰ ਦਾ ਪੂਰੇ ਤੌਰ ਤੇ 4.5 ਸਾਲ ਇਸ ਸਰਕਾਰ ਦਾ ਅੰਗ ਰਹੇ ਨੇ। ਤਾਂ ਜਿੰਨੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਬਣਦੀ ਹੈ ਉਨੀ ਹੀ ਜ਼ਿੰਮੇਵਾਰੀ ਇਸ ਪਾਰਟੀ ਦੇ ਸਮੁੱਚੇ ਉਹਨਾਂ ਮੰਤਰੀਆਂ ਦੀ। ਇਹ ਤਾਂ ਗੱਲ ਸਰਕਾਰ ਦੇ ਮੰਤਰੀਆਂ ਦੇ ਜਿਹੜੇ ਸਵਾਲ ਚੱਕਦੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਤੇ ਵੀ ਖੜ ਗਈ ਹੈ ਤੇ ਮੁੱਖ ਮੰਤਰੀ ਤੇ ਵੀ ਖੜ ਗਈ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਸੀ, ਵੱਖ-ਵੱਖ ਗੱਲਾਂ ਤੇ ਉਹਨਾਂ ਤੇ ਸਵਾਲ ਚੁੱਕਦੇ ਸੀ, ਉਹ ਖੁਦ ਉਮੀਦਾਂ ਦੇ ਖਰੇ ਉਤਰਦੇ ਆ ਜਾਂ ਨਹੀਂ। ਪਰ ਨਵਜੋਤ ਸਿੰਘ ਸਿੱਧੂ ਲਗਾਤਾਰ ਇਹ ਗੱਲ ਸਾਬਤ ਕਰਦੇ ਜਾ ਰਹੇ ਆ ਕਿ ਜਿਹੜੀਆਂ ਗੱਲਾਂ ਉਹ ਕਰਦੇ ਨੇ ਉਹਨਾਂ ਗੱਲਾਂ ਤੇ ਖੜਦੇ ਨੇ। ਤਾਂ ਅੱਜ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਇਹ ਗੱਲ ਸਾਬਤ ਕਰ ਦਿੱਤੀ ਗਈ ਹੈ ਕਿ ਮੈਂ ਉਹ ਗੱਲਾਂ ਭੁੱਲਿਆ ਨਹੀਂ, ਸਮੇਂ-ਸਮੇਂ ਦੇ ਨਾਲ ਮੈਂ ਲੋੜ ਮੁਤਾਬਕ ਹਰ ਮੁੱਦੇ ਚੁੱਕਦਾ ਤੇ ਲਖੀਮਪੁਰ ਦਾ ਮੁੱਦਾ ਚੱਕਿਆ, ਉਸ ਤੋਂ ਪਹਿਲਾਂ ਵੱਖ-ਵੱਖ ਪੰਜਾਬ ਦੇ ਮੁੱਦੇ ਚੱਕੇ। ਤਾਂ ਜਿਵੇਂ ਲਖੀਮਪੁਰ ਦਾ ਮਾਮਲਾ ਜਿਹੜਾ ਸੁਲਝਿਆ ਤਾਂ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜ ਸੰਕਟ ਦੀ ਘੜੀ ਆਈ ਹੈ ਤਾਂ ਫਿਰ ਪੰਜਾਬ ਦੇ ਉਸ ਹਿਸਾਬ ਦੇ ਨਾਲ ਮੁੱਦੇ ਚੁੱਕੇ। ਤਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਸਾਬਤ ਕਰਦੇ ਆ ਰਹੇ ਨੇ ਕਿ ਉਹ ਮੁੱਦੇ ਦੀ ਰਾਜਨੀਤੀ ਕਰਦੇ ਨੇ, ਲੋਕਾਂ ਦੀਆਂ ਲੋੜਾਂ ਦੀ ਰਾਜਨੀਤੀ ਕਰਦੇ ਨੇ। ਤਾਂ ਦੂਜੇ ਪਾਸੇ ਹੁਣ ਗੇਂਦ ਜਿਹੜੀ ਹੈ ਉਹ ਸਰਕਾਰ ਦੇ ਪਾਲੇ 'ਚ ਹੈ, ਗੇਂਦ ਮੰਤਰੀਆਂ ਤੇ ਮੁੱਖ ਮੰਤਰੀ ਦੇ ਪਾਲੇ ਦੇ ਵਿੱਚ ਹੈ ਕਿ ਹੁਣ ਉਹ ਕਿਸ ਤਰੀਕੇ ਦੇ ਨਾਲ ਹੁਣ ਇਸ ਨੂੰ ਸਾਂਭਦੇ ਨੇ। ਉਹ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਠਹਿਰਾ ਕੇ ਖੁਦ ਸੱਚੇ ਦਾ ਸਾਬਤ ਇੱਕ ਵਾਰੀ ਹੋ ਗਏ ਕਿ ਵਾਕਈ ਹੀ ਹੁਣ ਲੋਕਾਂ ਦੀਆਂ ਉਮੀਦਾਂ ਤੇ ਉਹ ਖੁਦ ਖਰੇ ਉਤਰਨਗੇ ਜਾਂ ਨਹੀਂ, ਇਹ ਤਾਂ ਹੁਣ ਬਾਅਦ ਹੀ ਪਤਾ ਚੱਲੇਗਾ। ਤਾਂ ਅਣਖੀ ਸਾਹਿਬ ਤੁਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਜੁੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ।